ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। हमरे दुष्ट सबै तुम कावहो, आप हाथ दे मोहे बचावो। सुखी वसै मोरो परवारा, सेवक सिख सबै करतारा। मैं तान दीवान, तू है मेरे स्वामी। मैं तुद आगे अरदास, मैं होर थाओ नाही, जिस पे करो विनंती। मेरा दुख सुख तुझ ही पास, मेरा दुख सुख तुझ ही पास। गुरु प्यारी साध संगत जी, ਵੱਡੇ ਭਾਗਾਂ ਦੇ ਨਾਲ ਸਾਨੂੰ ਜੋ ਇਹ ਸਾਧ ਸੰਗਤ ਦੀ ਪ੍ਰਾਪਤੀ ਹੋਈ ਹੈ, ਇਹ ਗੁਰੂ ਦੀ ਕਿਰਪਾ ਦੀ ਨਿਸ਼ਾਨੀ ਹੈ। ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਇੱਕ ਪਲ ਜੋ ਹੁੰਦਾ ਨਾ, ਹਰ ਇੱਕ ਸਾਹ ਬੜਾ ਕੀਮਤੀ ਹੁੰਦਾ ਹੈ, ਹਰ ਇੱਕ ਸਵਾਸ। ਪਰ ਜਦੋਂ ਆਪਾਂ ਗੁਰੂ ਸਾਹਿਬਾਨ ਦੇ ਕੋਲ ਆ ਕੇ ਸਜਦੇ ਹਾਂ, ਉਦੋਂ ਸਾਡੇ ਇਹ ਜੋ ਸਵਾਸ ਹਨ ਹੋਰ ਵੀ ਕੀਮਤੀ ਅਤੇ ਸੋਹਣੇ ਹੋ ਜਾਂਦੇ ਨੇ। ਪਰ ਇਕੱਲਿਆਂ ਬਹਿਣ ਦੇ ਨਾਲ ਨਹੀਂ, ਇਕੱਲਿਆਂ ਬੈਠਣ ਦੇ ਨਾਲ ਨਹੀਂ, ਜੋ ਗੁਰੂ ਜੀ ਕਹਿੰਦੇ ਨੇ ਉਹਨੂੰ ਸੁਣ ਕੇ, ਉਹਨੂੰ ਮੰਨ ਕੇ, ਉਹਨੂੰ ਜੀਵਨ 'ਚ ਢਾਲ ਕੇ ਹੀ ਜ਼ਿੰਦਗੀ 'ਚ ਬਦਲਾਵ ਆਉਂਦੇ ਨੇ। ਇਕੱਲੇ ਸੁਣਨ ਦੇ ਨਾਲ ਨਹੀਂ, ਇਕੱਲੇ ਪੜ੍ਹਨ ਦੇ ਨਾਲ ਨਹੀਂ। ਗੁਰਬਾਣੀ ਦੀ ਵਿਚਾਰ ਨੂੰ ਆਰੰਭ ਕਰੀਏ। ਪ੍ਰਥਮ ਪਿਆਰ ਦੇ ਨਾਲ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਰਾਮਦਾਸ ਜੀ ਤਿੰਨਾਂ ਦੀ ਰਸਨਾ ਤੋਂ ਗਾਇਨ ਕੀਤਾ ਹੈ, ਜੋ ਕਿ ਰਾਗ ਸੂਹੀ ਦੇ ਵਿੱਚ 735 ਅੰਗ ਤੋਂ ਆਰੰਭ ਹੋ ਕੇ 736 ਅੰਗ ਤੇ ਇਸ ਦੀ ਸਮਾਪਤੀ ਹੁੰਦੀ ਹੈ, ਸੰਪੂਰਨਤਾ ਹੁੰਦੀ ਹੈ। ਗੁਰੂ ਰਾਮਦਾਸ ਜੀ ਨੇ ਇਸ ਸ਼ਬਦ ਦੇ ਅੰਦਰ ਉਹ ਰੋਗ ਜਿਹਦੇ ਕਰਕੇ ਰਿਸ਼ਤੇ ਟੁੱਟਦੇ ਨੇ, ਉਹ ਰੋਗ ਜਿਹਦੇ ਕਰਕੇ ਅਸੀਂ ਕਿਸੇ ਨੂੰ ਆਪਣਾ ਨਹੀਂ ਬਣਾ ਸਕਦੇ, ਉਹ ਰੋਗ ਜਿਹਦੇ ਕਰਕੇ ਦੂਜਿਆਂ ਦੇ ਸਿਰ ਦਾ ਭਾਰ ਬਣੀਦਾ ਹੈ, ਉਹ ਰੋਗ ਜਿਹਦੇ ਕਰਕੇ ਜ਼ਿੰਦਗੀ ਖੁਆਰ ਹੁੰਦੀ ਆ, ਉਹੀ ਰੋਗ ਜਿਹਦੇ ਕਰਕੇ ਵਾਰ-ਵਾਰ ਜੰਮਣਾ ਤੇ ਮਰਨਾ ਪੈਂਦਾ ਹੈ, ਉਹਦੀ ਗੱਲ ਕੀਤੀ ਆ, ਜਿਹਨੂੰ ਹਉਮੈ ਕਹਿੰਦੇ ਨੇ।
सोही महला चौथा। जिनकै अंतर बसया मेरा हर हर, तिनके सब रोग गवाए। ते मुक्त भये जिन हर नाम ध्याया, तिन पवित्र परम पद पाए। मेरे राम हर जन आरोग भये, गुर बचनी जिन्ना जपया मेरा हर हर। तिनके हौमै रोग गए, तिनके हौमै रोग गए, हौमै रोग गए। गुरु रामदास जी कहते ने कि मन दे चार भाग हुंदे ने। एक मन है, एक बुद्ध है, एक चित्त है, एक हंकार आ। हुण जिहड़ा चौथा भाग आ मन दा, हंकार, ਉਹਨੂੰ हर कोई दूर करना चाहुंदा है, क्योंकि ਉਹਦੇ ਤੋਂ बिना टिका नहीं, ਉਹਨੂੰ ਕੱਢਣ ਤੋਂ बिना विकास नहीं, ਉਹਨੂੰ बाहर ਕੱਢਣ ਤੋਂ बिना जिंदगी जिंदगी नहीं, जीवन जीवन नहीं। पर ये नाम तो बिना नहीं निकलदा, नाम दी दवाई तो बिना ये रोग दूर नहीं हुंदा। नाम दी दवाई गुरु रूप वैद कोले मिलदी आ। गुरु कोल बैठण लई कोई राजी नहीं, बैठण लई राजी तां नहीं, गुरु नाल प्यार नहीं, प्यार तां नहीं क्योंकि गुरु दी अहमियत दा हजे पता नहीं लगा। अहमियत दा पता तां नहीं लगा, ज्ञान नहीं, ज्ञान तां नहीं, गुरु नाल प्यार नहीं। वो बैठ के नहीं गुरु दे पास, वो ਕੰਨ नहीं ਜਿਹੜੇ गुरु ਨੂੰ सुन सकन। ਤਾਂ जिन कै अंतर वसया मेरा हर हर, तिन के हौमै रोग गए। जिन कै अंतर वसया मेरा हर हर, तिनके सब रोग गवाए। देखो जदों बंदे दे अंदर नाम नहीं हुंदा ना, उदों जो दूजा कहंदा है ਉਹਨੂੰ ਅਸੀਂ ਮੰਨ ਲੈਂਦੇ ਹਾਂ। ਜੇ ਕਿਸੇ ਨੇ ਸਾਨੂੰ ਚੰਗਾ ਵੀ ਕਹਿ ਦਿੱਤਾ ਤੇ ਸਾਨੂੰ ਲੱਗਣਾ ਅਸੀਂ ਚੰਗੇ ਹਾਂ, ਅਸੀਂ ਖੁਸ਼ ਹੋ ਜਾਾਂਗੇ। ਜੇ ਕਿਸੇ ਨੇ ਸਾਨੂੰ ਮਾੜਾ ਕਹਿਤਾ ਸਾਨੂੰ ਲੱਗੇਗਾ ਖਬਰੇ ਅਸੀਂ ਮਾੜੇ ਹੀ ਹਾਂ, ਅਸੀਂ ਗੁੱਸਾ ਕਰ ਜਾਾਂਗੇ। ਦੂਜਿਆਂ ਦੇ ਹੱਥ ਦੇ ਵਿੱਚ ਕੰਟਰੋਲ ਹੋਵੇਗਾ ਉਦੋਂ ਤੱਕ ਜਦੋਂ ਤੱਕ ਆਪੇ ਦੀ ਸਮਝ ਨਹੀਂ ਕੋਈ। ਦੂਜੇ ਕਹਿਣਗੇ ਅਸੀਂ ਖੁਸ਼ ਹੋ ਜਾਾਂਗੇ, ਦੂਜੇ ਬੁਰਾ ਕਹਿਣਗੇ ਅਸੀਂ ਗੁੱਸੇ ਹੋ ਜਾਾਂਗੇ। ਇੱਦਾਂ ਰਿਮੋਟ ਉਹਨਾਂ ਦੇ ਹੱਥ ਵਿੱਚ ਹੋਵੇਗਾ। ਪਰ ਜਿਨ੍ਹਾਂ ਦੇ ਅੰਤਰ ਵਸਿਆ ਮੇਰਾ ਹਰ ਹਰ, ਤਿਨਕੇ ਸਭ ਰੋਗ ਗਵਾਏ। ਜਿਨ੍ਹਾਂ ਦੇ ਅੰਦਰ ਵਾਹਿਗੁਰੂ ਹੁੰਦਾ ਹੈ ਵਸਿਆ ਰੋਮ ਰੋਮ ਦੇ ਵਿੱਚ, ਉਹਨਾਂ ਨੂੰ ਤੁਸੀਂ ਉਦਾਸ ਨਹੀਂ ਕਰ ਸਕਦੇ, ਉਹਨਾਂ ਨੂੰ ਤੁਸੀਂ ਗਮਗੀਨ ਨਹੀਂ ਕਰ ਸਕਦੇ, ਉਹਨਾਂ ਨੂੰ ਚਾਹ ਕੇ ਵੀ ਉਹਨਾਂ ਦਾ ਵਿਕਾਸ ਨਹੀਂ ਖੋਇਆ ਜਾ ਸਕਦਾ। ਨਾ ਉਹਨਾਂ ਤੁਹਾਡੇ ਕਿਹਾ ਖੁਸ਼ ਹੋਣਾ ਹੈ ਉਸਤਤ ਸੁਣ ਕੇ, ਨਾ ਨਿੰਦਿਆ ਸੁਣ ਕੇ ਦੁਖੀ ਹੋਣਾ ਹੈ। ਉਹਨਾਂ ਦਾ ਐਸਾ ਸੁਭਾਅ ਬਣ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜੀ ਜਿਹੜੇ ਹਨ, ਜਦੋਂ ਮੱਕੇ ਦੇ ਵਿੱਚ ਜਾਂਦੇ ਨੇ, ਜੀਵਨ ਨਾਂ ਦਾ ਕਾਜੀ ਇੱਕ ਗੁੱਸੇ ਵਿੱਚ ਆ ਕੇ ਬੋਲਦਾ ਕਿ ਤੂੰ ਕਾਫਰ ਹੈ, ਲੱਤਾਂ ਤੇਰੀਆਂ ਕਾਬੇ ਦੇ ਵੱਲ ਨੇ, ਮੱਕੇ ਦੇ ਵੱਲ ਨੇ, ਤੇ ਤੈਨੂੰ ਇਹ ਦੀ ਸਜ਼ਾ ਮਿਲੇਗੀ ਕਿਉਂਕਿ ਤੂੰ ਖੁਦਾ ਦੇ ਘਰ ਵੱਲ ਲੱਤਾਂ ਕਰਕੇ ਸੁੱਤਾ ਪਿਆ। ਗੁਰੂ ਸਾਹਿਬ ਜੀ ਕਹਿਣ ਲੱਗੇ, ਕਾਜੀ ਸਾਹਿਬ ਜੀ, ਕਾਜੀ ਸਾਹਿਬ ਜੀ ਅਸੀਂ ਆਰਾਮ ਕਰ ਰਹੇ ਹਾਂ, ਸਾਨੂੰ ਨਹੀਂ ਪਤਾ ਸੀ, ਮਾਫ ਕਰ ਦਿਓ। ਤੁਹਾਨੂੰ ਲੱਗਦਾ ਜਿੱਧਰ ਉਧਰ ਮੇਰੀਆਂ ਲੱਤਾਂ ਕਰ ਦਿਓ, ਜਿੱਧਰ ਰੱਬ ਨਹੀਂ ਹੈਗਾ, ਜਿੱਧਰ ਖੁਦਾ ਦਾ ਘਰ ਨਹੀਂ ਹੈਗਾ। ਜੀਵਨ ਮਾਰੀ ਲੱਤ ਦੀ
ਜੀਵਨ ਨਾਂ ਦੇ ਕਾਜੀ ਨੇ ਖਿੱਚ ਕੇ ਮਹਾਰਾਜ ਦੇ ਇੱਕ ਲੱਤ ਮਾਰੀ ਹੈ ਤੇ ਟੰਗੋਂ ਪਕੜ ਘਸੀਟਿਆ, ਫਿਰਿਆ ਮੱਕਾ ਕਲਾ ਦਿਖਾਰੀ। ਲੱਤਾਂ ਤੋਂ ਫੜ ਕੇ ਧੂ ਕੇ ਗੁਰੂ ਸਾਹਿਬ ਦੀਆਂ ਲੱਤਾਂ ਨੂੰ ਦੂਜੇ ਪਾਸੇ ਕਰਨਾ ਚਾਹਿਆ। ਜਿੱਧਰ ਕੀਤਾ ਉਧਰ ਹੀ ਮੱਕੇ ਦੇ ਦਰਸ਼ਨ ਹੋਏ। ਫੇਰ ਆ ਕੇ ਚਰਨਾਂ ਤੇ ਢਿਆ। ਗੁਰੂ ਸਾਹਿਬ ਜੀ ਉੱਥੇ ਬੈਠੇ ਆ ਜਿੱਥੇ ਕਾਜੀ ਦੀ ਮਾਰੀ ਹੋਈ ਲੱਤ ਨਹੀਂ ਪਹੁੰਚ ਸਕਦੀ ਕਦੇ ਵੀ, ਅਵਸਥਾ ਉੱਚੀ ਹੋ ਗਈ। ਤਾਂ ਉਹਨਾਂ ਦਾ ਜ਼ਿਕਰ ਹੈ ਜਿਹੜੇ ਅੰਦਰ ਨਾਮ ਨੂੰ ਵਸਾਉਂਦੇ ਨੇ ਤੇ ਆਪਣੀ ਜ਼ਿੰਦਗੀ ਦਾ ਰਿਮੋਟ ਦੂਜਿਆਂ ਦੇ ਹੱਥ ਨਹੀਂ ਦਿੰਦੇ, ਆਪਣੇ ਆਪ ਦੇ ਵਿੱਚ ਖੁਸ਼ ਨੇ, ਆਪਣੇ ਆਪ ਦੇ ਕਰਕੇ ਖੁਸ਼ ਨੇ, ਕਿਸੇ ਚੀਜ਼ ਕਰਕੇ ਖੁਸ਼ ਨਹੀਂ। ਆਮ ਲੋਕ ਦੇਖਣ ਨੂੰ ਆਇਆ ਹੈ, ਲੋਕ ਜਾਂ ਤਾਂ ਆਪਣੇ ਧੀਆਂ ਪੁੱਤਰਾਂ ਦੇ ਕੋਲ ਹੋਣ ਕਰਕੇ ਖੁਸ਼ ਨੇ, ਜਦੋਂ ਖੁੱਸਦੇ ਨੇ ਜਾਂਦੇ ਨੇ ਕਿਤੇ ਵਿਛੋੜਾ ਪੈਂਦਾ ਦੁਖੀ ਹੋ ਜਾਂਦੇ ਨੇ। ਕਈ ਲੋਕ ਨੇ ਉਹ ਚੀਜ਼ਾਂ ਕਰਕੇ ਹੀ ਖੁਸ਼ ਆ, ਚੀਜ਼ਾਂ ਜਦੋਂ ਖੋਹ ਲਓ ਉਹਨਾਂ ਤੋਂ ਤੇ ਉਹ ਖੁਸ਼ ਨਹੀਂ ਰਹਿ ਪਾਉਣਗੇ। ਕਈ ਲੋਕ ਪੈਸੇ ਕਰਕੇ ਹੀ ਖੁਸ਼ ਆ, ਸਿਰਫ ਤੇ ਸਿਰਫ ਕਾਗਜ਼ ਦੇ ਨੋਟਾਂ ਕਰਕੇ। ਜੇ ਕਾਗਜ਼ ਖੋਲੋ ਤੇ ਉਹ ਨੋਟ ਖੋਲੋ ਤੇ ਖੁਸ਼ ਨਹੀਂ ਰਹਿ ਪਾਉਣਗੇ। ਗੁਰਮੁਖਾਂ ਦੀ ਖੁਸ਼ੀ ਕਿਸੇ ਚੀਜ਼ ਤੇ ਨਹੀਂ ਟਿਕੀ ਹੋਵੇਗੀ, ਬਸ ਉਹ ਨਾ ਕੁਛ ਕੋਲ ਵੀ ਹੋਵੇ ਤੇ ਤਾਂ ਵੀ ਇੱਦਾਂ ਖੁਸ਼ ਹੀ ਹੋਣਗੇ। ਇਸ ਕਰਕੇ ਸਾਡੇ ਕੋਲ ਜਿਹੜੀਆਂ ਚੀਜ਼ਾਂ ਹਨ, ਸਾਨੂੰ ਲੱਗਦਾ ਅਸੀਂ ਆਪਣੇ ਆਪ 'ਚ ਖੁਸ਼ ਹਾਂ, ਪਰ ਅਸੀਂ ਉਹਨਾਂ ਕਰਕੇ ਖੁਸ਼ ਹਾਂ। ਜੇ ਬੰਦੇ ਤੋਂ ਉਹ ਖੋਹ ਲਿਆ ਜਾਵੇ ਜਿਹਦੇ ਕਰਕੇ ਉਹ ਖੁਸ਼ ਹੈ, ਫਿਰ ਉਹਨੂੰ ਪਤਾ ਲੱਗੇਗਾ ਕਿ ਮੇਰੀ ਖੁਸ਼ੀ ਦੂਜਿਆਂ ਦੇ ਸਹਾਰੇ ਟਿਕੀ ਆ, ਮੈਂ ਆਪਣੇ ਆਪ ਕਰਕੇ ਕੋਈ ਖੁਸ਼ ਨਹੀਂ ਸੀ। ਗੁਰਮੁਖਾਂ ਦੀ ਜ਼ਿੰਦਗੀ ਇੱਦਾਂ ਨਹੀਂ ਹੁੰਦੀ। ਉਹ ਕਿਸੇ ਕਰਕੇ ਖੁਸ਼ ਨਹੀਂ ਹੁੰਦੇ ਤੇ ਕਿਸੇ ਕਰਕੇ ਉਦਾਸ ਵੀ ਨਹੀਂ ਹੁੰਦੇ, ਬਸ ਉਹ ਖੁਸ਼ ਹੁੰਦੇ ਨੇ ਬਿਨਾਂ ਕਿਸੇ ਕਾਰਨ ਤੋਂ, ਬਿਨਾਂ ਕਿਸੇ ਵਜ੍ਹਾ ਤੋਂ, ਉਹਦੀ ਰਜ਼ਾ ਦੇ ਵਿੱਚ। ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ, ਤਿਨ ਪਵਿੱਤ ਪਰਮ ਪਦ ਪਾਏ। ਮੰਨ ਲਓ ਮੇਰੇ ਕੋਲ ਅੱਜ ਕੋਈ ਚੀਜ਼ ਹੈ, ਕਿਸੇ ਨੇ ਮੈਨੂੰ ਦਿੱਤੀ ਆ ਜਾਂ ਤੁਹਾਨੂੰ, ਅਸੀਂ ਬੜੇ ਖੁਸ਼ ਹਾਂ। ਕੱਲ੍ਹ ਨੂੰ ਉਹ ਮੰਗਣ ਆ ਜੇ, ਖੋਹ ਲਵੇ ਤੇ ਅਸੀਂ ਉਦਾਸ ਹੋ ਜਾਵਾਂਗੇ। ਸਾਡੀਆਂ ਖੁਸ਼ੀਆਂ, ਸਾਡੇ ਖੇੜੇ ਚੀਜ਼ਾਂ ਤੇ ਟਿਕੇ ਹੋਏ ਨੇ। ਇੱਦਾਂ ਕਰਕੇ ਅਸਲ ਖੁਸ਼ੀ ਸਾਡੇ ਕੋਲ ਨਹੀਂ ਆ। ਤਾਂ ਹੀ ਅਸੀਂ ਕਦੇ ਖੁਸ਼ ਹੋ ਜਾਂਦੇ ਹਾਂ, ਕਦੇ ਉਦਾਸ ਹੋ ਜਾਂਦੇ ਹਾਂ, ਕਿਉਂਕਿ ਦੁਨੀਆ ਸੰਜੋਗ ਵਿਜੋਗ ਹੈ। ਸੰਜੋਗ ਵਿਜੋਗ ਦੋਏ ਕਾਰ ਚਲਾਵੇ, ਇੱਥੇ ਮਿਲਣਾ ਵਿਛੜਨਾ ਚੱਲਦਾ ਹੀ ਰਹਿੰਦਾ। ਗੁਰੂ ਨਾਨਕ ਜੀ, ਚੀਜ਼ਾਂ ਆਉਂਦੀਆਂ ਰਹਿੰਦੀਆਂ ਨੇ, ਚਲੀਆਂ ਜਾਂਦੀਆਂ ਨੇ, ਖਤਮ ਹੋ ਜਾਂਦੀਆਂ, ਉਹਨਾਂ ਦੀ ਕੁਝ ਇੱਦਾਂ ਗਰੰਟੀ ਵਾਰੰਟੀ ਹੁੰਦੀ ਆ ਸਮਾਂ ਪਾ ਕੇ। ਬੰਦੇ ਵੀ ਇੱਦਾਂ ਹੀ ਨੇ, ਤੇ ਬੰਦਾ ਕਦੇ ਉਦਾਸ ਹੋ ਜਾਂਦਾ, ਬੰਦਾ ਕਦੇ ਖੁਸ਼ ਹੋ ਜਾਂਦਾ। ਸੰਜੋਗ ਵਿਜੋਗ ਨੂੰ ਮਹਾਰਾਜ ਦੀ ਰਜ਼ਾ ਨਹੀਂ, ਉਹਦੇ ਵਿੱਚ ਇੰਨਾ ਮਗਨ ਹੋ ਜਾਂਦਾ, ਰਜ਼ਾ ਨਹੀਂ ਕਹਿੰਦਾ, ਉਹਨਾਂ ਦੇ ਨਾਲ ਉਹਦਾ ਮੋਹ ਬਣ ਜਾਂਦਾ। ਤਾਂ ਹੀ ਮੋਹ ਇੱਕ ਵਿਕਾਰ ਹੈ, ਪਿਆਰ ਪਰਮਾਤਮਾ ਹੈ, ਮੋਹ ਬੰਧਨ ਹੈ। ਮੋਹ ਕਿਸੇ ਇੱਕ ਚੀਜ਼ ਨਾਲ ਹੋਊਗਾ, ਵੱਧ ਤੋਂ ਵੱਧ ਆਪਦੇ ਘਰ ਤੱਕ ਹੋਊਗਾ। ਪਿਆਰ ਜੇ ਹੋਊਗਾ ਸਾਰੀ ਦੁਨੀਆ ਨਾਲ ਹੋਊਗਾ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਨੇ, ਇੱਕ ਸੱਜਣ ਸਭ ਸੱਜਣਾ, ਇੱਕ ਵੈਰੀ ਸਭ ਬਾਦ। ਤੇ ਇੱਕ ਸ਼ੇਖ ਸਾਦੀ ਜੀ ਦੀ ਇੱਕ ਕਿਤਾਬ ਹੈ ਗੁਲਿਸਤਾਂ, ਉਹਦੇ ਵਿੱਚ ਉਹ ਬੜਾ ਸੋਹਣਾ ਲਿਖਦੇ ਨੇ। ਕਹਿੰਦੇ ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਕਦੇ ਦੁਸ਼ਮਣ ਦਾ ਦਿਲ ਵੀ ਨਹੀਂ ਤੋੜਦੇ। ਜਿਹੜੇ ਰੱਬ ਦੇ ਪਿਆਰੇ ਹੁੰਦੇ ਨੇ ਉਹ ਕਦੇ ਆਪਣਿਆਂ ਦੀ ਤਾਂ ਛੱਡੋ, ਕਦੇ ਦੁਸ਼ਮਣ ਦਾ ਦਿਲ ਵੀ ਨਹੀਂ ਤੋੜਦੇ। ਉਹਨਾਂ ਲਈ ਸਾਰੀ ਦੁਨੀਆ ਸੱਜਣਾ ਦੀ ਹੁੰਦੀ ਹੈ। ਨਾ ਕੋ ਵੈਰੀ ਨਹੀਂ ਬੇਗਾਨਾ, ਕੋਈ ਵੈਰੀ ਨਹੀਂ, ਕੋਈ ਬੇਗਾਨਾ ਨਹੀਂ, ਸਗਲ ਸੰਗ ਹਮ ਕੋ ਬਣਾਈ। ਜਦੋਂ ਆਪਾਂ ਗੁਰੂ ਅਰਜਨ ਦੇਵ ਜੀ ਦਾ ਜੀਵਨ ਤੱਕਦੇ ਹਾਂ, ਉਦੋਂ ਉਹਨਾਂ ਨੂੰ ਪੁੱਛਦੇ ਨੇ ਕਿ ਸਾਰੀ ਦੁਨੀਆ ਸੱਜਣਾ ਦੀ ਕਿਵੇਂ ਹੋ ਗਈ,
ਸਾਰੇ ਮਿੱਤਰ ਕਿਵੇਂ ਹੋ ਗਏ ਜੀ ਤੁਹਾਡੇ? ਜਿੰਨਾ ਤੱਤੀ ਤਵੀ ਤੇ ਬਿਠਾਇਆ, ਮਿੱਤਰ ਨਹੀਂ ਇਦਾਂ ਕਰ ਸਕਦੇ। ਤੁਸੀਂ ਕਹਿੰਦੇ ਹੋ ਸਾਰੇ ਮੇਰੇ ਮਿੱਤਰ ਨੇ। ਸਭ ਕੋ ਮੀਤ ਸਾਰੇ ਮੇਰੇ ਮਿੱਤਰ ਆ। ਹਮ ਸਭਨਾ ਕੇ ਸਾਜਨ, ਅਸੀਂ ਵੀ ਸਾਰਿਆਂ ਦੇ ਸੱਜਣ ਪਿਆਰੇ ਹਾਂ। ਇਹ ਕੌਣ ਆ ਜਿੰਨਾ ਤੱਤੀ ਤਵੀ ਤੇ ਬਿਠਾਇਆ, ਗਰਮ ਗਰਮ ਰੇਤਾ ਸੀਸ ਚ ਪਾਇਆ? ਇਹ ਕੌਣ ਨੇ ਫਿਰ? ਮਹਾਰਾਜ ਕਹਿੰਦੇ ਤੁਸੀਂ ਸਮਝੇ ਨਹੀਂ। ਮੇਰੀ ਤਰਫੋਂ, ਮੇਰੇ ਵੱਲੋਂ ਸਾਰੀ ਦੁਨੀਆ ਮੇਰੀ ਮਿੱਤਰ ਆ। ਕੋਈ ਮੈਨੂੰ ਮਿੱਤਰ ਮੰਨੇ ਜਾਂ ਨਾ ਮੰਨੇ। ਤਾਂ ਸਾਦੀ ਜੀ ਦੀ ਗੱਲ ਇੱਥੇ 100% ਸਹੀ ਆ, 100% ਕਿ ਰੱਬ ਦੇ ਰਾਹ ਤੇ ਚੱਲਣ ਵਾਲੇ ਮਹਾਂਪੁਰਸ਼ ਆਪਣਿਆਂ ਦੀ ਛੱਡੋ, ਦੁਸ਼ਮਣਾਂ ਦਾ ਦਿਲ ਵੀ ਨਹੀਂ ਦੁਖਾਉਂਦੇ। ਇੰਨੀ ਬਰੀਕ ਅਕਲ ਤੇ ਇੰਨੇ ਜਾਗੇ ਹੁੰਦੇ ਨੇ ਉਹ। ਉਹਨਾਂ ਦਾ ਇੱਕ ਇੱਕ ਬੋਲ ਅੰਮ੍ਰਿਤ ਹੁੰਦਾ ਹੈ। ਉਹਨਾਂ ਦੇ ਚਰਨਾਂ ਦੀ ਧੂੜ ਜਿਹੜੀ ਆ ਉਹ ਵੀ ਗਿਆਨ ਹੁੰਦੀ ਆ। ਉਹਨਾਂ ਦਾ ਕੋਲ ਦੀ ਲੰਘਣਾ ਹੀ 100 ਕਿਤਾਬਾਂ ਨੂੰ ਪੜ੍ਹਨ ਦੇ ਬਰਾਬਰ ਹੁੰਦਾ ਹੈ। ਉਹਨਾਂ ਦੀਆਂ ਅੱਖਾਂ 'ਚ ਦੇਖਣਾ ਲਾਇਬ੍ਰੇਰੀ ਵਿੱਚ ਬੈਠਣ ਦੇ ਵਾਂਗ ਹੁੰਦਾ ਹੈ। ਉਹ ਇਹੋ ਜਿਹੇ ਹੁੰਦੇ ਨੇ। ਤਾਂ ਮੇਰੇ RAM ਹਰ ਜਨ ਆਰੋਗ ਭਏ। ਗੁਰੂ ਰਾਮਦਾਸ ਜੀ ਕਹਿੰਦੇ ਨੇ ਵਾਹਿਗੁਰੂ ਵੱਡੇ ਭਾਗ ਨੇ ਉਹਨਾਂ ਦੇ ਜਿਹੜੇ ਰੋਗਾਂ ਤੋਂ ਰਹਿਤ ਹੋ ਗਏ ਨੇ। ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨਕੇ ਹਉਮੈ ਰੋਗ ਗਏ। ਜਿਨ੍ਹਾਂ ਨੇ ਗੁਰਾਂ ਦੇ ਬਚਨਾਂ ਨੂੰ ਜਪਿਆ ਉਹਨਾਂ ਦਾ ਬਸ ਉਹ ਰੋਗ ਗਿਆ ਜਿਹਦੇ ਕਰਕੇ ਉਹ ਦੁਖੀ ਸੀ। ਬੰਦੇ ਹੱਥ ਕੀ ਆ? ਕੱਖ ਵੀ ਨਹੀਂ, ਕੁਝ ਵੀ ਨਹੀਂ। ਬੰਦੇ ਹੱਥ ਕੀ ਆ? ਕੁਝ ਵੀ ਨਹੀਂ। ਤਾਂ ਹੀ ਉਹ ਕਦੇ ਕਿੱਦਾਂ ਹੋ ਜਾਂਦਾ, ਕਦੇ ਦੁਖੀ ਕਦੇ ਸੁਖੀ, ਪਰਮਾਤਮਾ ਨੂੰ ਚਲਾਉਂਦਾ। ਪਰ ਬੰਦੇ ਹੱਥ ਕੀ ਆ? ਜੇ ਹਉਮੈ ਛੱਡ ਦੇਵੇ ਫਿਰ ਸਾਰਾ ਕੁਝ ਹੀ ਆ, ਫਿਰ ਰੱਬ ਵੀ ਆ। ਤੂੰ ਭਗਤਾਂ ਕੈ ਵਸ, ਫਿਰ ਉਹ ਭਗਤਾਂ ਦੇ ਵਸ ਆ। ਬੰਦੇ ਹੱਥ ਕੀ ਆ? ਜੇ ਤਾਂ ਹਉਮੈ ਆ ਫਿਰ ਕੱਖ ਵੀ ਨਹੀਂ। ਬੰਦੇ ਹੱਥ ਕੀ ਆ? ਜੇ ਹਉਮੈ ਛੱਡ ਦੇਵੇ ਤਾਂ ਸਭ ਕੁਝ ਆ। ਉਹ ਵੀ ਆ ਜਿਹਨੇ ਆ ਸ੍ਰਿਸ਼ਟੀ ਸਾਜੀ ਆ। ਤੂੰ ਭਗਤਾਂ ਕੈ ਵਸ, ਇੱਦਾਂ ਹੈ। ਆਪ ਗਵਾਈਐ ਤਾਂ ਸਹੁ ਪਾਈਐ, ਔਰ ਕੈਸੀ ਚਤਰਾਈ। ਚਲਾਕੀਆਂ ਦੇ ਨਾਲ ਨਹੀਂ। ਸ਼ੇਖ ਫਰੀਦ ਜੀ ਦੀ ਇੱਕ ਗਾਥਾ ਬੜੀ ਸੋਹਣੀ ਆ, ਬਹੁਤ ਪਿਆਰ ਦੇ ਨਾਲ ਉਹ ਕਹਿੰਦੇ ਨੇ, ਕਹਿੰਦੇ ਕਿ ਮੈਂ ਜੋਬਨ ਖੋਏ ਪਾਛੈ ਪਛਤਾਨੀ, ਤੈ ਸਾਹਿਬ ਕੀ ਮੈਂ ਸਾਰ ਨ ਜਾਨੀ। ਮੈਂ ਆਪਣੇ ਪ੍ਰੀਤਮ ਦੀ ਸਾਰ ਕੋਈ ਨਹੀਂ ਜੀ ਜਾਣੀ, ਜਵਾਨੀ ਵੀ ਗਵਾ ਲਈ ਮੈਂ। ਕਿਉਂਕਿ ਉਹ ਬੰਦਗੀ ਬੁਢੇਪੇ ਤੱਕ ਕਰਦੇ ਰਹੇ, ਆਖਰੀ ਸਾਹ ਤੱਕ। ਦਰਅਸਲ ਉਹ ਇੱਦਾਂ ਨਿਮਾਣੇ ਹੋ ਕੇ ਕਹਿ ਰਹੇ ਆ, ਉਹਨਾਂ ਤਾਂ ਜਵਾਨੀ ਆਪਦੀ ਗਵਾਈ ਨਹੀਂ, ਸਫਲ ਕੀਤੀ ਆ। ਸਫਲ ਹੋਈ ਸੀ ਜਵਾਨੀ, ਗਵਾਈ ਨਹੀਂ ਸੀ। ਆਪਾਂ ਨੂੰ ਕਹਿ ਰਹੇ ਆ ਤੈ ਸਾਹਿਬ ਕੀ ਮੈਂ ਸਾਰ ਨਾ ਜਾਨੀ। ਰੱਬ ਦੀ ਅਸਾਂ ਸਾਰ ਨਹੀਂ ਜੀ ਕੋਈ ਜਾਣੀ। ਕਾਲਿਆਂ ਤੋਂ ਧੌਲੇ, ਧੌਲਿਆਂ ਤੋਂ ਚਿੱਟੇ ਹੋ ਗਏ। ਜੋਬਨ ਖੋਏ ਪਾਛੈ ਪਛਤਾਨੀ, ਜਵਾਨੀ ਵੀ ਗਈ, ਧੌਲਿਆਂ ਵਾਲੀ ਅੱਧ-ਖੜ ਉਮਰ ਵੀ ਗਈ। ਹੁਣ ਬੁਢੇਪਾ ਆ ਗਿਆ, ਪੈਰ ਖਿਸਕ ਗਿਆ, 17 ਵਰ੍ਹਿਆਂ ਦੇ ਹੋ ਗਏ ਹਾਂ। ਕਹਿੰਦੇ ਇੱਕ ਦਿਨ ਤੁਰਿਆ ਜਾ ਰਿਹਾ, ਕੋਇਲ ਨਜ਼ਰ ਆਈ। ਬੈਠੀ ਸੀ ਕੋਇਲ। ਭਗਤ ਜੀ ਕਹਿੰਦੇ ਬੜਾ ਸੋਹਣਾ ਸ਼ਬਦ ਆ। ਕਹਿੰਦੇ ਮੈਂ ਕੋਇਲ ਵੱਲ ਤੱਕਿਆ ਤੇ ਕਾਲੇ ਰੰਗ ਦੀ ਹੁੰਦੀ ਆ, ਕਾਲੀ ਕੋਇਲ। ਕਾਲੀ ਸੀ ਕੋਇਲ। ਮੈਂ ਪੁੱਛਿਆ ਤੂੰ ਕਿਤ ਗੁਣ ਕਾਲੀ, ਤੂੰ ਕਿਹੜੇ ਗੁਣਾ ਕਰਕੇ ਕਾਲੀ ਹੋ ਗਈ? ਤੈਨੂੰ ਕੀ ਹੋ ਗਿਆ? ਆਪਣੇ ਪ੍ਰੀਤਮ ਕਹਿ ਬਿਰਹਿ ਜਾਲੀ। ਕਹਿੰਦੇ ਕੋਇਲ ਨੇ ਮੈਨੂੰ ਬੋਲ ਕੇ ਦੱਸਿਆ। ਭਗਤ ਜਿਹੜੇ ਸੀ ਤੇ ਉਹ ਕਹਿ ਰਹੇ ਨੇ ਉਦਾਹਰਨ ਦੇ ਨਾਲ, ਕੋਇਲ ਕਹਿੰਦੀ ਫਰੀਦ ਮੈਂ ਆਪਣੇ ਪ੍ਰੀਤਮ ਦੇ ਵਿਛੋੜੇ 'ਚ ਕਾਲੀ ਹੋਈ ਹਾਂ। ਭਗਤ ਜੀ ਕਹਿੰਦੇ ਅਸੀਂ ਤਾਂ ਕਾਲੇ ਹੋ ਗਏ ਨਾ ਅੰਦਰੋਂ, ਰੱਬ ਦੇ ਪਿਆਰ ਤੋਂ ਸੱਖਣੇ ਹੋ ਕੇ। ਤੇ ਤੈਨੂੰ ਕੀ ਹੋ ਗਿਆ? ਤੂੰ ਕਾਲੀ ਕਾਹਤੋਂ ਆ? ਫਿਰ ਬੰਦੇ ਦੀ ਜਿਹੜੀ ਮਨ ਦੀ ਹਾਲਤ ਹੁੰਦੀ ਆ, ਉੱਦਾਂ ਹੀ ਉਹਨੂੰ ਲੱਗਦਾ। ਸਾਰੇ ਪੰਛੀ, ਫੁੱਲ, ਸੂਰਜ ਦੀ ਟਿੱਕੀ, ਅਸਮਾਨ ਉੱਦਾਂ ਹੀ ਸੋਚਦਾ ਜੋ ਉਹਦੇ ਮਨ ਦਾ ਹਾਲ ਹੁੰਦਾ। ਕੋਇਲ ਨੂੰ ਕਹਿੰਦੇ ਤੂੰ ਕਿਉਂ ਕਾਲੀ ਹੋ ਗਈ ਆ?
ਉਹ ਕਹਿੰਦੀ ਮੈਂ ਵੀ ਆਪਦੇ ਪ੍ਰੀਤਮ ਤੋਂ ਵਿਛੜ ਕੇ ਹੀ ਕਾਲੀ ਹੋਈ ਆ। ਜੇ ਮੈਂ ਉਹਨੂੰ ਮਿਲ ਜਾਵਾਂ, ਜੇ ਉਹਨੂੰ ਮੈਂ ਮਿਲ ਜਾਵਾਂ ਫਿਰ ਨਾ ਮੈਂ ਕਾਲੀ ਰਹਾਂ। ਭਾਵ ਉਹ ਬੰਦੇ ਕਾਲੇ ਹੁੰਦੇ ਨੇ ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ, ਪਰ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੈਲ। 8 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ। ਉਹ ਬੰਦੇ ਕਾਲੇ ਹੁੰਦੇ ਆ। ਭਾਵੇਂ ਤੀਰਥਾਂ ਤੇ ਚਲੇ ਜਾਓ, ਜਿੰਨਾ ਮਰਜੀ, 1 ਨਹੀਂ 2 ਨਹੀਂ 8 ਤੇ 60 68 ਤੀਰਥ ਜੇ ਨਾਵੇ ਉਤਰੇ ਨਾਹੀ ਮੈਲ। ਜਿਨ ਪਟ ਅੰਦਰ ਬਾਹਰ ਗੁੱਦੜ, ਜਿਨ੍ਹਾਂ ਦੇ ਅੰਦਰ ਰੇਸ਼ਮ ਆ, ਅੰਦਰੋਂ ਸੋਹਣੇ ਆ ਪਰ ਬਾਹਰ ਗੋਦੜੀ ਪਾਈ ਆ। ਗੋਦੜੀ ਪਤਾ ਕਿਹਨੂੰ ਕਹਿੰਦੇ ਨੇ? ਇੱਕ ਕੱਪੜਾ ਹੁੰਦਾ ਤੇ ਉੱਤੇ ਟਾਕੀਆਂ ਲੱਗੀਆਂ ਹੁੰਦੀਆਂ, ਤੁਸੀਂ ਆਮ ਦੇਖਿਆ ਹੋਵੇਗਾ। ਇੱਕ ਤਾਂ ਰਫੂ ਹੁੰਦਾ ਨਾ, ਇੱਕ ਹੁੰਦਾ ਟਾਕੀਆਂ ਵਾਲਾ ਕੱਪੜਾ। ਜਿਨ੍ਹਾਂ ਦੇ ਅੰਦਰ ਸਾਈਂ ਦਾ ਪਿਆਰ ਆ, ਬਾਹਰ ਗੁੱਦੜ, ਬਾਹਰ ਭਾਵੇਂ ਗੋਦੜੀ ਆ, ਤੇ ਭਲੇ ਸੰਸਾਰ, ਉਹ ਭਲੇ ਬੰਦੇ ਹੁੰਦੇ ਨੇ, ਉਹ ਚੰਗੇ ਬੰਦੇ ਹੁੰਦੇ ਨੇ, ਕਿਉਂਕਿ ਉਹਨਾਂ ਕੋਲ ਹਉਮੈ ਨਹੀਂ ਹੈਗੀ, ਉਹਨਾਂ ਕੋਲ ਹਉਮੈ ਵਾਲਾ ਰੋਗ ਕੋਈ ਨਹੀਂ ਹੈਗਾ। ਤਾਂ ਸਾਰੀਆਂ ਆਪਾਂ ਕਹਿ ਸਕਦੇ ਹਾਂ ਮੁਸੀਬਤਾਂ ਦੀ ਜਿਹੜੀ ਜੜ ਆ ਉਹ ਹਉਮੈ ਆ। ਨਾ ਤਾਂ ਇਹ ਭਰਾ ਨੂੰ ਭਰਾ ਨਾ ਮਿਲਣ ਦੇਵੇ, ਤੇ ਨਾ ਇਹ ਦੋਸਤਾਂ ਨਾਲ ਬੈਠਣ ਦੇਵੇ ਚੰਗੀ ਤਰ੍ਹਾਂ, ਨਾ ਇਹ ਰਿਸ਼ਤਿਆਂ ਵਿੱਚ ਮਿਠਾਸ ਲਿਆਉਣ ਦੇਵੇ। ਗੁਰੂ ਨਾਲ ਜੁੜਨਾ ਤਾਂ ਇਦੋਂ ਵੀ ਗਾਂਹ ਦੀ ਗੱਲ ਸੀ। ਇਹ ਤਾਂ ਸੰਸਾਰ ਨਾਲ ਨਹੀਂ ਜੁੜਨ ਦਿੰਦੀ। ਹਉਮੈ ਤਾਂ ਭਰਾ ਨਾਲ ਨਹੀਂ ਜੁੜਨ ਦਿੰਦੀ। ਕਈ ਐਸੀ ਹਉਮੈ ਆ, ਕਈਆਂ 'ਚ ਮਾਂ ਪਿਓ ਨਾਲ ਨਹੀਂ ਕੋਈ ਜੁੜਦੇ, ਭਰਾ ਤਾਂ ਦੂਰ ਦੀ ਗੱਲ, ਜਿੰਨਾ ਜਨਮ ਦਿੱਤਾ ਸੀ ਹਉਮੈ ਉਹਨਾਂ ਤੋਂ ਦੂਰ ਲੈ ਗਈ। ਤਾਂ ਇਹਨੂੰ ਸਮਝਣ ਦੀ ਲੋੜ ਆ। ਹੁਣ ਮਹਾਰਾਜ ਉਦਾਹਰਨ ਦੇਣਗੇ, ਕਹਿੰਦੇ ਤੁਸੀਂ ਇਹ ਨਾ ਸੋਚੋ ਕਿ ਦੁਨੀਆ ਦੇ ਲੋਕੋ ਤੁਹਾਡੇ 'ਚ ਹੀ ਹਉਮੈ ਆ, ਇਹਨੇ ਦੇਵਤਿਆਂ ਨੂੰ ਵੀ ਨਹੀਂ ਛੱਡਿਆ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ, ਵਿੱਚ ਹਉਮੈ ਕਾਰ ਕਮਾਈ। ਜੇ ਬ੍ਰਹਮਾ ਨੇ ਵੀ 4 ਵੇਦ ਕੰਠ ਕੀਤੇ ਨਾ, ਤੇ ਉਹਨੂੰ ਵੀ ਹਉਮੈ ਹੀ ਹੋ ਗਈ ਸੀ ਵੀ ਮੈਨੂੰ ਕੰਠ ਨੇ। ਵਿਸ਼ਨ, ਵਿਸ਼ਨੂੰ, ਮਹਾਦੇਵ, ਸ਼ਿਵ, ਇਹਨਾਂ ਨੇ ਵੀ ਕੁਝ ਕਰਮ ਐਸੇ ਕੀਤੇ ਤੇ ਹਉਮੈ ਦੇ ਵਿੱਚ ਆਏ। ਕਹਿੰਦੇ ਸਾਡਾ ਹੀ ਨਾਮ ਜਪ ਲਓ, ਅਸੀਂ ਉਹੀ ਰੱਬ ਹਾਂ। ਗੁਰੂ ਸਾਹਿਬ ਜੀ ਕਿਤੇ ਨਹੀਂ ਕਹਿੰਦੇ ਅਸੀਂ ਰੱਬ ਹਾਂ। ਕਦੇ ਤੁਸੀਂ ਬਾਣੀ ਨੂੰ ਦੇਖਿਓ, ਗੁਰੂ ਗੋਬਿੰਦ ਸਿੰਘ ਜੀ ਤਾਂ ਇੱਦਾਂ ਕਹਿੰਦੇ ਆ, ਜੋ ਹਮ ਕੋ ਪਰਮੇਸ਼ਰ ਉਚਰੇ ਸੋ ਸਭ ਨਰਕ ਕੁੰਟ ਮੈਂ ਪਰ ਹੈ। ਭਾਵੇਂ ਆਪਾਂ ਕਹਿ ਦਿੰਦੇ ਹਾਂ ਉਹਨਾਂ ਨੂੰ ਪਰਮਾਤਮਾ, ਉਹ ਕਹਿੰਦੇ ਸਾਨੂੰ ਰੱਬ ਨਾ ਕਿਹੋ, ਜਿਹੜਾ ਕਹੂਗਾ ਉਹ ਫਿਰ ਨਰਕਾਂ ਦਾ ਅਧਿਕਾਰੀ ਹੋਊਗਾ। ਅਸੀਂ ਰੱਬ ਨਹੀਂ ਹਾਂ, ਅਸੀਂ ਉਹਦੇ ਭੇਜੇ ਹੋਏ ਇੱਕ ਨਿਮਾਣੇ ਜੇ ਦਾਸ ਹਾਂ, ਡਾਕੀਏ ਹਾਂ, ਰੱਬ ਦੇ ਡਾਕੀਏ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਵੀ ਪੈਗਾਮ ਲੈ ਕੇ ਆਏ ਹਾਂ, ਅਸੀਂ ਜੀ ਰੱਬ ਕੋਈ ਨਹੀਂ ਆ। ਜੈਸੀ ਮੈਂ ਆਵੇ ਖਸਮ ਕੀ ਬਾਣੀ, ਜਿਵੇਂ ਜਿਵੇਂ ਉਹ ਡਾਕੀਏ ਇਹਨੂੰ ਭੇਜਿਆ ਜਾਂਦਾ ਹੈ, ਉਹ ਪੈਗਾਮ ਦਿੰਦਾ ਹੈ, ਪਰ ਪੈਗਾਮ ਭੇਜਣ ਵਾਲਾ ਕੋਈ ਔਰ ਹੈ। ਤੈ ਸੜਾ ਕਰੀ ਗਿਆਨ ਵੇ ਲਾਲੋ। ਤਾਂ ਹਉਮੈ ਦੇ ਵਿੱਚ ਇਕੱਲਾ ਬੰਦਾ ਹੀ ਨਹੀਂ ਗਰਸਿਆ, ਦੇਵਤਿਆਂ ਨੂੰ ਵੀ ਇਹਨੇ ਛੱਡਿਆ ਨਹੀਂ। ਬਹੁਤ ਇਹ ਜ਼ਿਆਦਾ ਖਤਰਨਾਕ ਰੋਗ ਹੈ, ਬੜਾ ਖਤਰਨਾਕ ਵਾਇਰਸ ਆ। ਜਿਨ ਕੀਏ ਤਿਸੇ ਨ ਚੇਤੇ ਬਪੜੇ, ਹਰ ਗੁਰਮੁਖ ਸੋਝੀ ਪਾਈ। ਇਹਨਾਂ ਨੇ ਕੀ ਕੀਤਾ? ਬ੍ਰਹਮਾ ਨੇ, ਜਿਹਨੇ ਇਹਨੂੰ ਸਾਜਿਆ ਸੀ, ਬ੍ਰਹਮਾ ਨੂੰ, ਬ੍ਰਹਮਾ ਵਿਸ਼ਨ ਸ਼ਿਵ ਨੇ ਉਹਨੂੰ ਯਾਦ ਨਹੀਂ ਕੀਤਾ, ਆਪਣਾ ਨਾਮ ਹੀ ਜਪਾਇਆ। ਹਉਮੈ ਰੋਗ ਸਭ ਜਗਤ ਵਿਆਪਿਆ, ਸਾਰੀ ਦੁਨੀਆ ਵਿੱਚ ਹੀ ਇਹ ਵਿਆਪਿਆ ਹੈ। ਜਿਵੇਂ ਮਾਲਾ ਦੇ ਮਣਕੇ ਹੁੰਦੇ ਨੇ ਨਾ, ਇੱਦਾਂ ਤੁਸੀਂ ਸ਼ਾਇਦ ਵੱਧ ਸਮਝ ਜਾਓਗੇ, ਸੌਖਾ ਹੋ ਜਾਏਗਾ। ਤੇ ਧਾਗਾ ਸਾਰਿਆਂ 'ਚ ਹੀ ਪਰੋਇਆ ਹੁੰਦਾ। ਦੁਨੀਆ ਕੀ ਆ? ਮਾਲਾ ਦੇ ਮਣਕੇ ਆ। ਵਿੱਚ ਕੀ ਪਰੋਇਆ ਹੋਇਆ? ਉਹਦੇ ਹਉਮੈ। ਹਉਮੈ ਦੇ ਵਿੱਚ ਸਾਰੇ ਅਸੀਂ ਪਰੋਏ ਹੋਏ ਹਾਂ। ਜਾਂ ਇਵੇਂ ਕਹਿ ਲਈਏ ਕਿ ਸਾਡੇ ਵਿੱਚ ਹਉਮੈ ਆ, ਜਾਂ ਇਵੇਂ ਕਹਿ ਲਈਏ ਅਸੀਂ ਹਉਮੈ 'ਚ ਰਹਿੰਦੇ ਹਾਂ। ਇਸ ਕਰਕੇ ਉਹ ਸਾਡੇ 'ਚ ਰਹਿੰਦੀ ਆ, ਅਸੀਂ ਉਹਦੇ ਵਿੱਚ ਰਹਿੰਦੇ ਹਾਂ। ਉਹ ਸਾਨੂੰ ਨਹੀਂ ਛੱਡਣਾ ਚਾਹੁੰਦੀ, ਅਸੀਂ ਉਹਨੂੰ ਨਹੀਂ ਛੱਡਣਾ ਚਾਹੁੰਦੇ। ਉਹ ਇੱਦਾਂ ਹੀ ਸਦਾ ਵਾਸਤੇ ਨਾਲ ਨਾਲ ਰਹਿੰਦੀ ਆ। ਹਉਮੈ ਰੋਗ ਸਭ ਜਗਤ ਵਿਆਪਿਆ, ਤਿਨ ਕੋ ਜਨਮ ਮਰਨ ਦੁੱਖ ਭਾਰੀ।
ਭਾਰੀ ਦੁੱਖ ਕੀਆ। ਗੁਰਬਾਣੀ ਦੇ ਅਨੁਸਾਰ ਵਾਰ-ਵਾਰ ਕੋਈ ਜਨਮ ਲੈ ਰਿਹਾ, ਵਾਰ-ਵਾਰ ਕੋਈ ਮਰ ਰਿਹਾ, ਇਹੀ ਦੁੱਖ ਆ। ਗੁਰ ਪ੍ਰਸਾਦੀ ਕੋ ਵਿਰਲਾ ਛੂਟੈ, ਤਿਸ ਜਨ ਕੋ ਹਉ ਬਲਿਹਾਰੀ। ਗੁਰੂ ਦੇ ਪ੍ਰਸਾਦ, ਗੁਰੂ ਦੀ ਮਿਹਰ ਦੇ ਨਾਲ ਕੋ ਵਿਰਲਾ ਛੂਟੈ, ਕੋਈ ਆ 1% 100 ਚੋਂ ਜਿਹੜਾ ਇਹ ਤੋਂ ਬਚਦਾ ਹੈ, ਉਹਦੇ ਤੋਂ ਹੀ ਅਸੀਂ ਸਦਕੇ ਜਾਂਦੇ ਹਾਂ। ਜਿਨ ਸਿਸ਼ਟ ਸਾਜੀ ਸੋਈ ਹਰ ਜਾਣੈ, ਜਿਹਨੇ ਆ ਧਰਤੀ ਬਣਾਈ ਆ ਉਹੀ ਜਾਣਦਾ ਕਦੋਂ ਬਣੀ ਸੀ। ਥਿਤ ਵਾਰ ਨਾ ਜੋਗੀ ਜਾਣੈ, ਰੁੱਤ ਮਾਂ ਨਾ ਕੋਈ। ਜਾ ਕਰਤਾ ਸਿਰਠੀ ਕੋ ਸਾਜੇ, ਆਪੇ ਜਾਣੈ ਸੋਈ। ਅਸੀਂ ਨਹੀਂ ਦੱਸ ਸਕਦੇ ਤਾਂ ਕਾ ਰੂਪ ਅਪਾਰੋ, ਆ ਸਾਰੇ ਉਹਦਾ ਹੀ ਰੂਪ ਨੇ। ਜਿਵੇਂ ਕਿ ਇੱਕ ਰਾਮ ਲੀਲਾ ਖੇਡੀ ਜਾਂਦੀ ਹੁੰਦੀ ਹੈ, ਅੱਗੇ ਆਉਂਦੇ ਹੁੰਦੇ ਸੀ ਬਹਿਰੂਪੀਏ, ਇੱਕ ਹੀ ਬੰਦਾ ਸੀ, ਉਹਨੇ ਕਦੇ ਕੀ ਬਣੇ ਆਉਣਾ, ਕਦੇ ਕੀ ਬਣੇ ਆਉਣਾ, ਕਦੇ ਜੋਕਰ ਬਣੇ ਆਉਣਾ, ਕਦੇ ਰਾਮ, ਕਦੇ ਰਾਵਣ, ਇੱਦਾਂ ਕਦੇ ਪੁਲਿਸ ਵਾਲਾ, ਕਦੇ ਔਰਤ। ਹੁੰਦਾ ਉਹ ਇੱਕ ਹੀ ਸੀ, ਪਹਿਲਾਂ ਆਉਂਦਾ ਹੁੰਦਾ ਸੀ, ਹੁਣ ਉਹ ਹਟ ਗਏ ਨੇ। ਇਹ ਤਾਂ ਮੈਂ ਉਦਾਹਰਨ ਦੇ ਰਿਹਾ। ਪਰਮਾਤਮਾ ਵੀ ਉਹਦੇ ਹੀ ਰੂਪ ਆ ਸਾਰੇ। ਕਦੇ ਮਾਂ ਦੇ ਰੂਪ 'ਚ ਆ ਜਾਂਦਾ ਹੈ। ਤੁਸੀਂ ਹੈਰਾਨ ਹੋ ਜਾਓਗੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਲਿਖਤ ਆ ਇੱਕ ਅਕਾਲ ਉਸਤਤ ਦੇ ਵਿੱਚ, ਕਤਹੁ ਸਚੇਤ ਹੋਏ ਕੈ ਚੇਤ ਨਾ ਕੋ ਚਾਰ ਕੀਓ, ਕਤਹੁ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਕਤਹੁ ਭਿਖਾਰੀ ਹੋਏ ਕੈ ਮੰਗਤ ਫਿਰਤ ਪੀਕ, ਕਹੂੰ ਮਹਾਦਾਨ ਹੋਏ ਕੈ ਮੰਗਿਓ ਧਨ ਦੇਤ ਹੋ। ਕਿਤੇ ਤੂੰ ਭਿਖਾਰੀ ਬਣ ਕੇ ਆਈ ਜਾਂਦਾ, ਕਿਤੇ ਰਾਜਾ ਬਣ ਕੇ, ਕਿਤੇ ਬਿਲਕੁਲ ਨੀਂਦ 'ਚ ਸੁੱਤਾ ਪਿਆ, ਤੈਨੂੰ ਫਿਕਰ ਕੋਈ ਨਹੀਂ। ਕਈ ਇੱਦਾਂ ਦੇ ਲੋਕ ਹੁੰਦੇ ਨੇ ਨਾ। ਕਿਤੇ ਤੂੰ ਮਸੀਤ ਵਿੱਚ ਜਾ ਕੇ, ਕਤਹੁ ਕੁਰਾਨ ਕੋ ਨਿਧਾਨ ਜਾਣ ਲੇਤ ਹੂੰ, कहूँ होए कै हिंदुआ गायत्री को गुप्त जप्यो, कहूँ होए कै तुरका पुकारे बांग देत हो। किते भागवत गीता दा पाठ करन वाले हो रब जी, किते मसीत विच चढ़ के बांग देण वाले हो रब जी, ते किते भिखारी बन के साडे घरां च आ जाने हो कि खैर पा दो, आटा पा दो। किते कुछ दे जाने हो रिश्तेदारां दे रूप विच, किते मां बन के आउने हो, किते पिता बन के आउने हो, ताका रूप अपारो। ये ब्रह्म दृष्टि हुंदी है, ये गुरु गोबिंद सिंह जी की दृष्टि है, ये नज़रिया है कि सारे तेरे ही रूप ने। ये ओ बंदे दे हो सकते आ जिहदे विच हौमे नहीं हैगी। हौमे करके अपने बगाने हुंदे आ। देखो हौमे करके अपने बगाने हुंदे आ। जदों हौमे नहीं हुंदी, कोई अपना नहीं, कोई बेगाना नहीं, सब ਉਹਦੇ ਬੰਦੇ ਹੁੰਦੇ ਆ। ਮੇਰੇ 'ਚ ਹਉਮੈ ਹੈ, ਮੈਨੂੰ ਆਪਣੇ ਆਪਣੇ ਲੱਗਣੇ ਨੇ, बेगाने बेगाने ਲੱਗਣੇ ਨੇ। ਜੇ ਹਉਮੈ ਨਾ ਹੋਵੇ ਤੇ ਮੈਂ ਕਹਿਣਾ ਸਾਰੇ ਇਦਾਂ ਕਹੂੰਗਾ, ਕੁਦਰਤ ਕੇ ਸਭ ਬੰਦੇ ਫਰੀਦਾ ਖਾਲਕ खलक मैं खलक वसै रब माहे, मंदा किस नूं आखीए जां तिस बिन कोई नाही। फिर तां ये अवस्था है, अवल अल्लाह नूर उपाया, कुदरत के सब बंदे फिर ओदे बंदे आ। जे हौमे आ फिर कहना आ मेरा है ते आ तेरा है, ते जे तू मेरी चीज़ खोवेगा फिर मैं तेरा कतल भी कर दूंगा क्योंकि मेरी आ। अगियानी बंदा जिहड़ा हुंदा ना, अगियानी बंदा वो पता की कहंदा हुंदा है, मेरा मेरा है तेरा भी मेरा है। ज्ञानी बंदे कहंदे हुंदे ने तेरा तेरा है मेरा भी तेरा है। जिहड़े महामूर्ख हुंदे ने वो कहंदे ने सब मेरा है, वो भी मेरा है, आ भी मेरा है, वो इदां कहंदे हुंदे ने। ਤਾਂ ਮਹਾਂਪੁਰਸ਼ ਕਹਿੰਦੇ ਨੇ ਤੁਹਾਡਾ ਤਾਂ ਤੁਹਾਡਾ ਹੈ ਹੀ, ਸਾਡਾ ਵੀ ਤੁਹਾਡਾ ਹੈ। ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੁਏ तो क्या हुआ जीवत कई हजार। मैं तेरा हूँ बच्चे भी मेरे तेरे हैं मौला, हैं तेरे थे तेरे रहेंगे तेरे दाता, तेरी अमानत तेरे पास। ये तेरे ही सी, ये तू लै ले ने वापस तेरे ही सी। ਤਾਂ ਇੰਨਾ ਫਰਕ ਪੈ ਜਾਂਦਾ। ਉਹ ਸਭ ਦਾ ਬਸ ਉਹ ਜੜ ਜਿਹੜੀ ਆ ਉਹਦਾ ਰੋਗ ਮਹਾਰਾਜ ਕਹਿੰਦੇ ਹਉਮੈ ਹੀ ਆ। ਹਉਮੈ ਕਰਕੇ ਕੋਈ ਆਪਣਾ ਲੱਗਦਾ, ਜਦੋਂ ਹਉਮੈ ਨੂੰ ਸੱਟ ਵੱਜ ਜੇ
फिर आपां कहने तू काहदा मेरा सी, तू तो मेरी कदर ही नहीं पाई। वो बंदा बेगाना हो जाता। अपना बेगाना हुंदा रहेगा उदों तक हर कोई जदों तक हौमे रोग है। सारे उहदे बंदे लगणगे उस दिन जदों हौमे ना रही। नानक आपे वेख हर विगसै, गुरमुख ब्रह्म विचारो। ਉਹ ਆਪ ਹੀ ਸਾਰਿਆਂ ਨੂੰ ਬਣਾ ਦੇਖਦਾ ਹੈ ਵਾਹਿਗੁਰੂ। ਉਹ ਕਿਤੇ ਦੂਰ ਨਹੀਂ ਦੇਖੀ ਜਾਂਦਾ ਗੁਰਮੁਖ ਬ੍ਰਹਮ ਵਿਚਾਰੋ। ਇਹ ਗੱਲ ਗੁਰਮੁਖਾਂ ਦੇ ਨਾਲ ਬ੍ਰਹਮ ਦੀ ਵਿਚਾਰ ਕੀਤਿਆਂ ਤੋਂ ਸਮਝ ਲੱਗਦੀ ਆ ਕਿ ਸਿਰ ਦੁਖਣਾ ਰੋਗ ਨਹੀਂ ਹੁੰਦਾ, ਬਲੱਡ ਵਧਣਾ ਹੀ ਰੋਗ ਨਹੀਂ ਹੁੰਦਾ, ਗੋਡਿਆਂ ਦੀ ਪੀੜ, ਇਹ ਸਾਰੀਆਂ ਪੀੜਾਂ ਨਹੀਂ ਹੁੰਦੀਆਂ। ਅਸਲ ਪੀੜਾ ਤਾਂ ਹਉਮੈ ਹੀ ਹੁੰਦੀ ਹੈ, ਜਿਹਨੇ ਦੇਵਤਿਆਂ ਨੂੰ ਵੀ ਨਹੀਂ ਛੱਡਿਆ। ਇਹ ਰੋਗ ਵੀ ਰੋਗ ਨੇ, ਪਰ ਅਸਲੀ ਚੀਜ਼ ਹਉਮੈ ਹੈ, ਜਿਹਦੇ ਕਰਕੇ ਆ ਸਭ ਕੁਝ ਹੋਇਆ, ਆ ਰੌਲਾ ਰੱਪਾ ਹੋਇਆ, ਜਿਹਦੇ ਕਰਕੇ ਰਿਸ਼ਤਿਆਂ ਵਿੱਚ ਕੜਵਾਹਟ ਹੋਈ, ਜਿਹਦੇ ਕਰਕੇ ਸਭ ਹੋਇਆ, ਉਹ ਹਉਮੈ ਹੀ ਸੀ। ਗੁਰੂ ਰਾਮਦਾਸ ਜੀ ਮਹਾਰਾਜ ਨੇ ਬੜੀ ਬਰੀਕੀ ਦੇ ਅੰਦਰ ਸਾਨੂੰ ਇਹ ਦੱਸਿਆ ਹੈ ਕਿ ਮੇਰੇ ਰਾਮ हे ਵਾਹਿਗੁਰੂ। ਰਾਮ ਵਾਹਿਗੁਰੂ ਨੂੰ ਕਹਿੰਦੇ ਨੇ। ਹਰ ਜਨ ਹਰੀ ਦੇ ਜਨ ਅਰੋਗ ਪਏ, ਉਹ ਰੋਗ ਤੋਂ ਮੁਕਤ ਹੋ ਗਏ ਨੇ। ਕਿਵੇਂ ਹੋਏ, ਕਿਵੇਂ ਮਹਾਰਾਜ? ਗੁਰ ਬਚਨੀ ਜਿਨ੍ਹਾਂ ਜਪਿਆ ਮੇਰਾ ਹਰ ਹਰ, ਤਿਨ ਕੇ ਹਉਮੈ ਰੋਗ ਗਏ। ਉਹਨਾਂ ਨੇ ਵਾਹਿਗੁਰੂ ਪਿਆਰੇ ਨੂੰ ਯਾਦ ਕੀਤਾ ਤੇ ਤਾਂ ਉਹ ਨਾ ਤੇ ਇੱਦਾਂ ਦੀ ਜ਼ਿੰਦਗੀ ਉਹਨਾਂ ਦੀ ਬਣੀ ਆ। ਉਹਨਾਂ ਦਾ ਬੋਲਿਆ ਹੋਇਆ ਕਈਆਂ ਦਾ ਝੂਠ ਵੀ ਸੱਚ ਤੋਂ ਸੋਹਣਾ ਹੁੰਦਾ, ਕਈਆਂ ਦਾ ਸੱਚ ਵੀ ਝੂਠ ਤੋਂ ਭੈੜਾ ਹੁੰਦਾ। ਜਿਨ੍ਹਾਂ 'ਚ ਹਉਮੈ ਹੁੰਦੀ ਆ ਨਾ, ਉਹ ਸੱਚ ਉਦੋਂ ਬੋਲਣਗੇ ਜਦੋਂ ਕਿਸੇ ਨੂੰ ਸੂਲੀ ਤੇ ਚੜਾਉਣਾ, ਉਹ ਝੂਠ ਹੀ ਬੋਲਣਗੇ। ਜਿਹੜੇ ਗੁਰਮੁਖ ਨੇ, ਜੇ ਕਿਸੇ ਦੀ ਜਾਨ ਬਚਦੀ ਆ ਉਹ ਝੂਠ ਬੋਲਣਗੇ, ਪਰ ਉਹਨਾਂ ਦਾ ਝੂਠ ਸੱਚ ਤੋਂ ਸੋਹਣਾ ਹੋਵੇਗਾ। ਗੰਗੂ ਦਾ ਬੋਲਿਆ ਹੋਇਆ ਸੱਚ, ਸਾਹਿਬਜ਼ਾਦੇ ਮੇਰੇ ਘਰੇ ਨੇ, ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਬੋਲਿਆ ਸੱਚ ਸੀ, ਝੂਠ ਤੋਂ ਵੀ ਭੈੜਾ ਸੀ। ਇਸ ਕਰਕੇ ਗੁਰੂ ਪਿਆਰਿਓ, ਕਈਆਂ ਦੀ ਜ਼ਿੰਦਗੀ ਇੱਦਾਂ ਦੀ ਹੁੰਦੀ ਆ, ਬਸ ਉਹ ਹਉਮੈ ਮੇਰੀ ਕਰਤੇ ਜਨਮ ਗਇਓ। ਜੋ ਬਿਨ ਪ੍ਰਤੀਤੀ ਕਪਟੀ ਕੂੜੀ ਅੱਖੀਂ ਮੀਟ ਦੇ, ਉਨਕਾ ਉੱਤਰ ਜਾਏਗਾ ਝੂਠ ਗੁਮਾਨ। ਦਾਸਨ ਦਾਸ ਕਹਿ ਜਨ ਨਾਨਕ, ਜੇਹਾ ਤੂੰ ਕਰਾਏ ਤੇਹਾ ਹੋਂ ਕਰੀ ਵਖਿਆਣ। ਜਿਸਨੋਂ ਪ੍ਰਤੀਤ ਹੋਵੇ ਤਿਸਕਾ ਗਾਵਿਆ ਥਾਏ ਪਵੇ। ਜਿਹਨੂੰ ਰੱਬ ਤੇ ਭਰੋਸਾ ਹੈ ਉਹਦਾ ਹੀ ਗਾਇਆ ਹੋਇਆ ਕੁਝ ਵੀ ਗਾਇਆ ਹੋਇਆ ਰੱਬ ਦੀ ਯਾਦ ਵਿੱਚ ਥਾਏ ਪਵੇ, ਉਹ ਥਾਏ ਪਵੇਗਾ। ਸੋ ਦਰਗਹਿ ਪਾਵੇ ਮਾਣ। ਜਿਹਨੂੰ ਪ੍ਰਤੀਤ ਨਹੀਂ ਵਾਹਿਗੁਰੂ ਤੇ ਉਹਨਾਂ ਦਾ ਨਹੀਂ ਇੱਦਾਂ ਹੱਲ ਕੋਈ। ਉਹ ਪੜ੍ਹੀ ਚੱਲੋ, ਸੁਣੀ ਚੱਲੋ, ਗਾਈ ਚੱਲੋ, ਇੱਕ ਅੱਖਰ ਮਹਾਰਾਜ ਤੱਕ ਪਹੁੰਚਾ ਦੇਵੇਗਾ। ਜੇ ਪ੍ਰਤੀਤ ਹੈ, ਭਰੋਸਾ ਹੈ, ਜੇ ਨਹੀਂ ਭਰੋਸਾ ਤੇ ਫਿਰ ਕੋਈ ਇਲਾਜ ਨਹੀਂ। ਆਪਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਅਵਤਾਰ ਪੁਰਬ ਆ ਰਿਹਾ ਹੈ, ਰੋਜ਼ ਉਹਨਾਂ ਦੇ ਜੀਵਨ 'ਚੋਂ ਇੱਕ ਸਾਖੀ ਆਪਾਂ ਸਾਂਝੀ ਕਰਦੇ ਹੁੰਦੇ ਹਾਂ। ਇਹ ਵੀ ਗੁਰੂ ਹੀ ਬੁਲਾਉਂਦਾ ਹੈ, ਅਸੀਂ ਨਹੀਂ ਕਿਸੇ ਜੋਗੇ, ਨਾ ਬੰਦਾ ਬੋਲ ਸਕਦਾ ਹੈ, ਬੰਦੇ ਦੇ ਹੱਥ ਕੁਝ ਵੀ ਨਹੀਂ ਆ। ਆਪਾਂ ਪਿਆਰੇ ਦੀ ਯਾਦ ਵਿੱਚ ਸੱਜਦੇ ਹਾਂ। ਸੋ ਇੱਕ ਸਾਖੀ ਅੱਜ ਮਹਾਰਾਜ ਪਿਆਰੇ ਜੀ ਜਿਵੇਂ ਬੁਲਾਉਣਗੇ ਉੱਦਾਂ ਆਪਾਂ ਸਾਂਝ ਪਾਉਣੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਦੋਂ ਬਾਲੜੇ ਪ੍ਰੀਤਮ ਸੀ ਤੇ ਤੁਰਨਾ ਸਿੱਖਿਆ, ਫਿਰ ਬੱਚਿਆਂ 'ਚ ਖੇਡਣ ਜਾਂਦੇ। ਉੱਥੇ ਹੀ ਤੇ ਇੱਕ ਰਾਜਾ ਸੀ ਫਤਿਹ ਚੰਦ, ਮੈਣੀ ਉਹਦਾ ਗੋਤ ਸੀ, ਸਰਨੇਮ ਸੀ ਰਾਜਾ ਫਤਿਹ ਚੰਦ ਮੈਣੀ। ਉਹਦੀ ਇੱਕ ਰਾਣੀ ਸੀ, ਉਹਦਾ ਨਾਮ ਵਸੁੰਧਰਾ ਸੀ। ਪੈਸਾ ਬਹੁਤ ਸੀ। ਦੇਖੋ, ਜਿਹਦੇ ਕੋਲ ਪੈਸਾ ਹੈ, ਜ਼ਰੂਰੀ ਨਹੀਂ ਹੁੰਦਾ ਕਿ ਪੈਸੇ ਦਾ ਹੋਣਾ ਸਭ ਕੁਝ ਆ। ਪੈਸਾ ਬੜਾ ਕੁਝ ਹੁੰਦਾ, ਪਰ ਸਾਰਾ ਕੁਝ ਨਹੀਂ ਹੁੰਦਾ ਨਾ। ਤੇ ਉਹ ਰਾਣੀ ਦੇ ਕੋਈ ਔਲਾਦ ਨਹੀਂ ਸੀ। ਕੋਈ ਵੀ ਇਸਤਰੀ ਆਪਣੇ ਆਪ ਨੂੰ ਉਦੋਂ ਤੱਕ ਸੰਪੂਰਨ ਨਹੀਂ ਮੰਨਦੀ ਜਦੋਂ ਤੱਕ ਉਹ ਮਾਂ ਨਹੀਂ ਬਣ ਜਾਂਦੀ।
ਬੱਚੇ ਦੇ ਜਨਮ ਹੋਣ ਦੇ ਨਾਲ ਮਾਂ ਦਾ ਜਨਮ ਵੀ ਹੁੰਦਾ ਹੈ, ਇਕੱਲੇ ਬੱਚੇ ਦਾ ਜਨਮ ਨਹੀਂ ਹੁੰਦਾ। ਮਾਂ ਜਿਹੜੀ ਹੁੰਦੀ ਆ ਉਹ ਮਾਂ ਬਣਨਾ ਲੋਚਦੀ ਆ, ਭਾਵੇਂ ਪੁੱਤ ਹੋਵੇ ਭਾਵੇਂ ਧੀ ਹੋਵੇ। ਇਸਤਰੀਆਂ ਚਾਹੁੰਦੀਆਂ ਨੇ ਉਹ ਮਾਂ ਬਣਨ, ਚਾਹੇ ਉਹਨਾਂ ਦਾ ਬੇਬੀ ਜਿਹੜਾ ਹੈ ਪੁੱਤ ਹੋਵੇ ਤੇ ਚਾਹੇ ਧੀ ਹੋਵੇ। ਦੁਨੀਆ ਦੇ ਲੋਕਾਂ ਨੇ ਸਮਝਿਆ ਹੋਇਆ ਕਿ ਪੁੱਤ ਹੋਣ ਦੇ ਨਾਲ ਹੀ ਉਹਦੀ ਸ਼ਾਨ ਆ, ਪਰ ਨਹੀਂ। ਮਾਵਾਂ ਭਾਵੇਂ ਹੋਵਣ ਪਰੀਆਂ, ਹੁਸਨ ਦੇ ਨਾਲ ਡੱਕ ਡੱਕ ਭਰੀਆਂ, ਪੂਰਾ ਕਦੇ ਸ਼ਿੰਗਾਰ ਨਾ ਹੋਵੇ ਜੇ ਧੀਆਂ ਦਾ ਗਲਹਾਰ ਨਾ ਹੋਵੇ, ਜੇ ਪੁੱਤਰਾਂ ਦਾ ਗਲਹਾਰ ਨਾ ਹੋਵੇ। ਤਾਂ ਮਾਂ ਕੋਈ ਵੀ ਹੋਵੇ ਉਹ ਸੰਪੂਰਨ ਨਹੀਂ ਮੰਨਦੀ ਆਪਦੇ ਆਪ ਨੂੰ। ਤੇ ਉਹ ਰਾਣੀ ਸੀ ਵਸੁੰਧਰਾ, ਘਰ 'ਚ ਔਲਾਦ ਕੋਈ ਨਹੀਂ ਸੀ। ਕਹਿਣ ਲੱਗੀ ਤੇ ਆਪਣੇ ਪਤੀ ਨੂੰ, ਰਾਜੇ ਨੂੰ, ਫਤਿਹ ਚੰਦ ਨੂੰ, ਕਿ ਆਪਣੀ ਨਗਰੀ ਵਿੱਚ ਸ਼ਿਵਦੱਤ ਪੰਡਤ ਰਹਿੰਦੇ ਨੇ, ਬੜੇ ਸਿਆਣੇ ਨੇ, ਸਾਡੇ ਲਈ ਅਰਦਾਸ ਕਰ ਦੇਣ, ਕੀ ਪਤਾ ਮੁਰਾਦ ਪੂਰੀ ਹੋ ਜਾਏ। ਜਦੋਂ ਤੱਕ ਪੰਡਤ ਸ਼ਿਵਦੱਤ ਨਾਲ ਸੰਪਰਕ ਹੋਇਆ, ਉਦੋਂ ਪਹਿਲਾਂ ਬਾਲੜੇ ਪ੍ਰੀਤਮ ਗੋਬਿੰਦ ਰਾਏ ਜੀ ਨੇ ਰਾਮ ਕ੍ਰਿਸ਼ਨ ਮਹਾਤਮਾ ਬੁੱਧ ਦੇ ਰੂਪ ਵਿੱਚ ਦਰਸ਼ਨ ਦੇ ਦਿੱਤੇ ਸੀ ਪੰਡਤ ਸ਼ਿਵਦੱਤ ਨੂੰ, ਉਹਦੀ ਕਾਮਨਾ ਕਰਕੇ। ਉਹਦੀ ਇਹ ਕਾਮਨਾ ਸੀ, ਇਹ ਰੂਪਾਂ 'ਚ ਮੈਨੂੰ ਦਿਓ ਦਰਸ਼ਨ, ਦੇ ਦਿੱਤੇ ਸੀ। ਤੇ ਬਾਬਾ ਜੀ ਝਾਤ ਵਾਲੀ ਸਾਖੀ ਤੁਸੀਂ ਪਿੱਛੇ ਸੁਣ ਆਏ ਹੋ। ਜਦੋਂ ਪੰਡਤ ਸ਼ਿਵਦੱਤ ਜੀ ਬੈਠਣਾ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲੜੇ ਪ੍ਰੀਤਮ ਨੇ ਆਉਣਾ ਤੇ ਕੰਨ ਵਿੱਚ ਕਹਿਣਾ, ਬਾਬਾ ਜੀ ਝਾਤ ਜਗਾ ਦੇਣਾ। ਇੱਦਾਂ ਖੇਡਦੇ ਹੁੰਦੇ ਸੀ। ਤਾਂ ਪੰਡਤ ਸ਼ਿਵਦੱਤ ਨੂੰ ਬੁਲਾਇਆ ਗਿਆ, ਕਹਿਣ ਲੱਗੇ ਜੀ ਰੱਬ ਅੱਗੇ ਅਰਦਾਸ ਕਰੋ, ਸਭ ਕੁਝ ਆ ਘਰ 'ਚ ਪਰ ਔਲਾਦ ਨਹੀਂ ਹੈਗੀ। ਖੁਦਾ ਅੱਗੇ ਅਰਦਾਸ ਕਰੋ, ਪਰਮਾਤਮਾ ਅੱਗੇ। ਕਹਿੰਦੇ ਪਰਮਾਤਮਾ ਅੱਗੇ ਅਰਦਾਸ ਕਰੀਏ, ਪਰਮਾਤਮਾ ਤਾਂ ਪਟਨੇ ਦੀਆਂ ਗਲੀਆਂ 'ਚ ਖੇਡਦਾ ਫਿਰਦਾ ਹੈ। ਰਾਣੀ ਕਹਿੰਦੀ ਮੈਂ ਸਮਝੀ ਨਹੀਂ। ਰਾਜਾ ਫਤਿਹ ਚੰਦ ਕਹਿੰਦਾ ਕੀ ਕਹਿ ਰਹੇ ਹੋ? ਰੱਬ ਕਹਿਣ ਲੱਗੇ, ਰੱਬ ਜੀ ਤਾਂ ਖੇਡਦੇ ਫਿਰਦੇ ਆ, ਕਿੱਥੇ? ਪਟਨੇ ਦੀਆਂ ਗਲੀਆਂ ਵਿੱਚ ਨਿੱਕੇ ਨਿੱਕੇ ਨਿਆਣਿਆਂ ਦੇ ਨਾਲ ਖੇਡਦੇ ਫਿਰਦੇ ਆ। ਕਹਿੰਦੇ ਅੱਛਾ ਫਿਰ ਮਿਲਾ ਦਿਓ। ਕਹਿੰਦੇ ਐਵੇਂ ਨਹੀਂ, ਘਰ ਦੇ ਵਿੱਚ ਬਹਿ ਕੇ ਯਾਦ ਕਰੋ, ਦਿਲ ਸੇ ਜੋ ਬਾਤ ਨਿਕਲਤੀ ਹੈ वो असर रखती है, पर नहीं ताकते परवाज मगर रखती है। ਅਰਦਾਸ ਜਿਹੜੀ ਹੁੰਦੀ ਆ ਉੱਡ ਕੇ ਜਾਊਗੀ ਨਾ ਗੁਰੂ ਕੋਲੇ, ਫਿਰ ਉਹ ਆਪੇ ਹੀ ਆਉਣਗੇ। ਉਹ ਬਾਲੜੇ ਪ੍ਰੀਤਮ ਨੇ ਆਪੇ ਹੀ ਆ ਜਾਣਾ। ਰਾਣੀ ਜੀ ਤੁਸੀਂ ਯਾਦ ਕਰਿਆ ਕਰੋ ਇੱਥੇ ਬਹਿ ਕੇ ਮਹਿਲਾਂ ਵਿੱਚ। ਇੱਦਾਂ ਹੋ ਗਿਆ, ਯਾਦ ਕਰਦੇ ਕਦੋਂ ਆਵੇਗਾ ਬਾਲੜਾ ਪ੍ਰੀਤਮ, ਕਦੋਂ ਆਵੇਗਾ। ਅਰਦਾਸ ਪੂਰੀ ਹੋਈ। ਇੱਕ ਦਿਨ ਖੇਡਦੇ ਖੇਡਦੇ ਬੱਚਿਆਂ ਦੇ ਨਾਲ ਅੱਖਾਂ ਮੀਟੀਆਂ ਨੇ ਤੇ ਵਸੁੰਧਰਾ ਰਾਣੀ ਨੇ ਤੇ ਆ ਕੇ ਗੋਦੀ 'ਚ ਬਹਿ ਗਏ। ਸ਼ਬਦ ਕਿਹਾ ਮਾਂ। ਭਾਈ ਵੀਰ ਸਿੰਘ ਜੀ ਕਹਿੰਦੇ ਨੇ ਸ਼ਬਦ ਕਿਹਾ ਮਾਂ। ਮਾਂ ਆਖਿਆ। ਰਾਣੀ ਨੇ ਅੱਖਾਂ ਖੋਲੀਆਂ, ਦੇਖਿਆ ਬੜਾ ਸੋਹਣਾ ਬੱਚਾ ਗੋਦੀ 'ਚ ਆ ਕੇ ਬੈਠਿਆ। ਪਹਿਲੀ ਵਾਰ ਅੱਜ ਰੱਜ ਆਇਆ। ਰਾਣੀ ਸੀ ਕੀ ਨਹੀਂ ਸੀ, ਰਾਣੀ ਹਾਰ ਗਲੇ ਦਾ ਸਭ ਕੁਝ ਸੀ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੋਬਿੰਦ ਰਾਏ ਜੀ ਪਹਿਲਾ ਨਾਮ, ਬਾਲੜੇ ਪ੍ਰੀਤਮ ਹੀ ਕਹਾਏ ਨੇ। ਜਦੋਂ ਆਖਿਆ ਮਾਂ, ਇਉਂ ਲੱਗਾ ਰੱਜ ਆ ਗਿਆ। ਗੁਰੂ ਸਾਹਿਬ ਨੇ ਜਦੋਂ ਆਖਿਆ ਮਾਂ, ਰੱਜ ਆ ਗਿਆ। ਬੜਾ ਚਾਅ। ਕਹਿਣ ਲੱਗੀ ਦਾਸੀਆਂ ਨੂੰ, ਜਾਓ ਬਾਜ਼ਾਰ ਮਿੱਠੀਆਂ ਚੀਜ਼ਾਂ ਲੈ ਕੇ ਆਓ, ਬਾਜ਼ਾਰੋਂ ਮਿੱਠੀਆਂ ਚੀਜ਼ਾਂ ਲੈ ਕੇ ਆਓ। ਗੋਬਿੰਦ ਰਾਏ ਆਏ ਨੇ, ਬਾਲੜੇ ਪ੍ਰੀਤਮ ਆਏ ਨੇ, ਜਾਂ ਘਰ 'ਚ ਕੁਝ ਬਣਾ ਲਓ। ਕਹਿੰਦੇ ਨਹੀਂ, ਬਾਹਰੋਂ ਨਹੀਂ ਕੁਝ ਖਾਣਾ ਮਾਂ, ਜੋ ਰਸੋਈ 'ਚ ਛੋਲੇ ਪੂਰੀਆਂ ਬਣੀਆਂ ਇਹੀ ਖਾਣੀਆਂ ਨੇ, ਨਾਲ ਮੇਰੇ ਸਾਥੀ ਆਏ ਨੇ, ਅਸੀਂ ਇਹੀ ਖਾਣੀਆਂ। ਉਹ ਫਿਰ ਖਵਾਈਆਂ ਗਈਆਂ, ਛਕਾਈਆਂ ਗਈਆਂ ਪਿਆਰ ਦੇ ਨਾਲ। ਫਿਰ ਬਾਲੜੇ ਪ੍ਰੀਤਮ ਜੀ ਰੋਜ਼ ਆਉਣ, ਰੋਜ਼ ਖੇਡਣ। ਤੇ ਫਿਰ ਉਹ ਕਹਿਣ ਲੱਗੀ, ਇੱਕ ਦਿਨ ਦਾਸੀ ਕਹਿਣ ਲੱਗੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ, ਹਜੇ ਬਚਪਨ ਸੀ, ਕਹਿੰਦੇ ਇਹਨਾਂ ਨੂੰ ਪੁੱਤਰ ਦੀ ਦਾਤ ਦੇ ਦਿਓ, ਘਰ ਔਲਾਦ ਕੋਈ ਨਹੀਂ, ਪੈਸਾ ਬਹੁਤ ਆ। ਤੇ ਗੁਰੂ ਸਾਹਿਬ ਜੀ ਕਹਿਣ ਲੱਗੇ ਮੈਂ ਹੀ ਇਹਨਾਂ ਦਾ ਪੁੱਤ ਹਾਂ, ਇਹ ਮੇਰੇ ਮਾਂ ਜੀ ਨੇ, ਇਹ ਮੇਰੀ ਮਾਂ ਹੈ। ਮਾਂ
ये मेरी माँ है। दासी नूं आख्या मैं ही इन्हां दा पुੱਤ हाँ, इन्हां नूं होर किहड़े पुੱਤ दी लोड़ है। कहंदे नहीं नहीं तुसीं तां गुजर कौर दे पुੱਤ हो, ਉਹਦੇ ਲਾਲ ਨੂੰ। ਤੇ इदां किवें हो जाएगा, दो मावां किवें हो जांदियां ने, ते पुੱਤ एक दो मावां इवें नहीं होना। गुरु साहब जी कहण लगे उदों छोटे सी नाले, कहंदे अखां दो नहीं हुंदियां, जोत एक ही हुंदी है। अखां दो ने, जोत एक है, ते तां वी ओह देख लैंदियां ने सब नूं। इदां ही बस समझो मैं उन्हां दा भी पुੱਤ हाँ, ते आ जिहड़ी राणी हाँ फतेह चंद मैणी दी पत्नी वसुंधरा, इहदा भी मैं पुੱਤ हाँ। ये भी मेरी माँ माता गुजर कौर भी मेरे माँ ने। तां फिर इदां महाराज ने आख्या सी कि अज तो बाद मैनू ही पुੱਤ मन्नो, ते फिर रोज़ आउणा, नवीआं नवीआं सौगातां भेटां करनियां, खाण लई पकवान देने। जदों गुरु साहब जी आनंदपुर नूं चले ने उदों फिर राणी रोण लग गई। उदों रोण लगी, कहंदी मैं किहदे दीदार करिया करांगी, तुसीं आउंदे सी, मैं लाड़ लड़ाउंदी सी, खेडदी सी तुहाडे नाल, हुण की होवेगा। आख्या सी जिहड़े बच्चे मेरे नाल खेडदे ने उन्हां नूं पंगत विच बिठा के आ छोले पूरियां खवायो ते असीं बैठे नज़र आवांगे। अज उत्थे गुरुद्वारा साहिब बनिया होया है। ये गुरु गोबिंद सिंह जी दे प्रकाश पुरब करके आपां सांझ पा रहे हां। उत्थे ये गुरुद्वारा साहिब बाल लीला मैणी गोत सी राजा फतेह चंद दा, वो बनिया होया। उत्थे जदों तुसीं जाओगे तुहानूं यही प्रसाद छकाया जावेगा। ते एक गल इहदे नाल होर जुड़दी आ, गुरु साहब जी जदों खेडदे सी ना शाम नूं ते लेट हो जांदे सी, उत्थों तख्त थोड़ा काफ़ी वाट पै जांदी है। जदों आउंदे सी ना ते शामी लेट हो जाना, ते रहरास साहिब दा पाठ थोड़ा लेट हो जांदा सी, संध्या तो लेट, सूरज छिपन तो लेट। अज भी ये गल नोट करियो, बाकी तख्तां ते जदे ही रहरास शुरू हो जाती है, पटना साहब अज भी थोड़ी लेट हुंदी आ। ओहदी वजह यही आ कि गुरु साहब जी राजा फतेह चंद मैणी ते कहा जाता कि उन्हां दे दरबार विच हुंदे ने उदों, ते तां पटना साहब दे जिहड़े सिंह साहब आ ओह रहरास साहिब थोड़ी लेट शुरू करते हैं, उदों की मर्यादा करके। तो ये उत्थे गुरुद्वारा बनिया होया है। जदों तुसीं जाओगे कड़ाह प्रशाद तो तुहानूं मिलदा ही आ गुरुद्वारियां च, उत्थे वो छोले पूरियां दा लंगर अज भी आ। तो जदों आपां पटना साहब जाने आ, बड़ियां संगतां जांदियां ने कि पटना शहर बिखै भव लयो, तहीं प्रकाश हमारा भयो। गुरु साहब जी जदों उत्थे जाते ने, बालड़े प्रीतम दीयां यादां ने, निक्कियां निक्कियां ते गल्लां जिन्हां दे नाल उन्हां ने राजा फतेह चंद दी राणी वसुंधरा नूं मोह लिया सी ते उन्हां दे पुੱਤ बन गए सी। ते फिर महाराज आनंदपुर आ गए ने। उदों बाद फिर ये राणी अपने राजे समेत, पंडित शिवदत्त बुढ़ा हो गया सी, बहुत तुरिया नहीं सी जांदा, उहनूं पालकी 'च बिठा के लियाए सी, नाल राणी आई सी, नाल राजा आया सी। ते जदों पालकी चों इदां हिल जुल करके बाहर निकलण लगा ना, ते पंडित शिवदत्त महाराज ने घुट के गलवकड़ी विच लैके आख्या सी, बाबा जी झात उवें जिवें निक्के हुंदे आखदे सी, नाले बहुत वड्डी उम्र हो गई सी, उदों तां जवान हो गए सी महाराज, पर वो आख्या सी तुसीं सतगुर ना कहो, बालड़े प्रीतम ही कह दो, मैनूं बालड़े प्रीतम ही कह दो। तो ये बाल लीला गुरुद्वारा साहिब उत्थे बनिया है। जिहड़ियां संगतां जांदियां ने वो हैरान हो जांदियां। आपां कहने उत्थों दे संगत, उत्थों दे महापुरुष इन्नी इज्जत करदे आ ज्ञान दी साडी, इन्ना ज़्यादा रहन सहन लई प्रबंध, मैं खुद उत्थे गया सी, देखिया है, इन्ना सोहना प्रबंध, इन्नियां सोहणियां सोहणियां मिठास भरियां गल्लां कि पंजाब तो संगत आई है। पहले गड्डियां पहुँच जांदियां उत्थे रेलवे स्टेशन ते कि संगत नूं तुर के ना आउणा पै जे। ये सब अपना सत्कार तां है क्योंकि असी पंजाब दी धरती ते गुरु दा सत्कार करदे हां। तां इदां इदां करके बालड़े प्रीतम दीयां यादां ने। मेरे राम हर जन आरोग भए, गुरबचनी जिन्ना जपिया मेरा हर हर, तिनके होमे रोग गए। गुरु गोबिंद सिंह जी महाराज
ਬਾਲੜੇ ਪ੍ਰੀਤਮ ਜੀ ਦੀ ਸ਼ਾਨ ਬੜੀ ਉੱਚੀ ਹੈ ਸਾਧ ਸੰਗਤ ਜੀ। ਬੋਲਦਿਆਂ ਇੱਕ ਨਹੀਂ ਬਹੁਤ ਬਹੁਤ ਭੁੱਲਾਂ ਹੋ ਗਈਆਂ ਹਨ ਜੀ। ਗੁਰੂ ਦੀ ਸੰਗਤ ਤੇ ਸਤਿਗੁਰੂ ਜੀ ਬਖਸ਼ਿੰਦ ਪਿਤਾ ਨੇ ਬਖਸ਼ ਲੈਣ। ਆਓ ਰਲ ਮਿਲ ਕੇ ਆਪਾਂ ਉਹਨਾਂ ਦੀ ਯਾਦ ਵਿੱਚ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਹੀਏ ਤੇ ਅਰਦਾਸ ਬੇਨਤੀ ਵਿੱਚ ਜੁੜੀਏ ਜੀ। ਵਾਹਿਗੁਰੂ 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 ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।